ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕ ਕਰਨ ਤੇ ਵੱਖ-ਵੱਖ ਬਿਮਾਰੀਆਂ ਬਾਰੇ ਤੁਹਾਨੂੰ ਵੱਖ-ਵੱਖ ਮਾਹਿਰ ਡਾਕਟਰਾਂ ਦੇ ਰੂਬਰੂ ਕਰਨ ਲਈ ਅਸੀਂ ਹੈਲਥ ਪੋਸਟ ਨਾਂ ਦੇ ਚੈਨਲ ਦੀ ਸ਼ੁਰੂਆਤ ਕੀਤੀ ਹੈ, ਜਿਸ ਵਿੱਚ ਤੁਹਾਨੂੰ ਜਿੱਥੇ ਸਿਹਤ ਸੰਬੰਧੀ ਵੱਖ-ਵੱਖ ਅਸੀਂ ਜਾਣਕਾਰੀਆਂ ਉਪਲਬਧ ਕਰਵਾਵਾਂਗੇ, ਉੱਥੇ ਹਰ ਰੋਜ਼ ਦੀ ਵਾਂਗ ਕਿਸੇ ਨਾ ਕਿਸੇ ਮਾਹਿਰ ਡਾਕਟਰ ਨੂੰ ਵੱਖ-ਵੱਖ ਬਿਮਾਰੀਆਂ ਸੰਬੰਧੀ ਤੁਹਾਡੇ ਰੂਬਰੂ ਕਰਿਆ ਕਰਾਂਗੇ। ਅੱਜ ਅਸੀਂ ਤੁਹਾਨੂੰ ਰੂਬਰੂ ਕਰਾਂਗੇ ਡਾਕਟਰ ਰਜਿੰਦਰ ਗਿਰਧਰ, ਜੋ ਕਿ ਹੋਮਿਓਪੈਥਿਕ ਮੈਡੀਕਲ ਕਾਲਜ ਦੇ ਪਿਛਲੇ ਲੰਬੇ ਸਮੇਂ ਤੋਂ ਪ੍ਰਿੰਸੀਪਲ ਹਨ ਤੇ ਉਹਨਾਂ ਨੂੰ ਹੋਮਿਓਪੈਥੀ ਦਾ ਇੱਕ ਬੜਾ ਲੰਬਾ ਤਜਰਬਾ ਹੈ। ਆਓ ਗੱਲ ਕਰਦੇ ਹਾਂ ਡਾਕਟਰ ਰਜਿੰਦਰ ਗਿਰਧਰ ਨਾਲ। ਹੋਮਿਓਪੈਥੀ ਇੱਕ ਮੈਡੀਕਲ ਟ੍ਰੀਟਮੈਂਟ ਦਾ ਇੱਕ ਪद्धति ਹੈ ਜਿਹੜੀ ਕਿ ਸੈਂਟਰਲ ਗਵਰਨਮੈਂਟ ਵੱਲੋਂ ਮਨਜ਼ੂਰਸ਼ੁਦਾ ਹੈ, ਔਰ ਉਸ ਪद्धति ਨਾਲ ਅਸੀਂ ਬਹੁਤ ਸਾਰੇ ਜਿਹੜੇ ਹੈ ਮਾਨਵਤਾ ਦੀ ਜਿਹੜੀ ਹੈ ਸੇਵਾ ਜਿਹੜੇ ਸਾਡੇ ਹੋਮਿਓਪੈਥਿਕ ਡਾਕਟਰ ਹੈ ਉਹ ਕਰ ਰਹੇ ਹੈ। ਤੇ ਉਹਦੇ ਵਾਸਤੇ ਮੈਂ ਦੱਸਣਾ ਚਾਹੂੰਗਾ ਕਿ ਹੋਮਿਓਪੈਥਿਕ ਸਿਸਟਮ ਇੱਕ ਜੋ ਜਰਮਨ ਡਾਕਟਰ ਸੈਮੂਅਲ ਹੈਨੇਮਨ ਵੱਲੋਂ ਇਸ ਦਾ ਇਜਾਦ ਕੀਤਾ ਗਿਆ ਸੀ, ਔਰ ਉਸ ਤੋਂ ਬਾਅਦ 150 ਸਾਲ ਪਹਿਲਾਂ ਹਿੰਦੁਸਤਾਨ 'ਚ ਇਸ ਦੀ ਜਿਹੜੀ ਪਪੂਲੈਰਿਟੀ ਔਰ ਇਸ ਦੀ ਜੋ ਯੋਗਤਾ ਜਿਹੜੀ ਉਹਦੇ ਸਾਬਤ ਹੋਈ। ਤੇ ਹੁਣ ਸਾਡੇ ਜਿਹੜੇ ਹੈ ਪੌਣੇ 200 ਹੋਮਿਓਪੈਥਿਕ ਕਾਲਜ ਜਿਹੜੇ ਹੈ ਉਹ ਇੱਕ ਹੋਮਿਓਪੈਥਿਕ ਡਾਕਟਰ ਜਿਹੜੇ ਆ ਕੁਆਲੀਫਾਈਡ ਉਹ ਬਣਾ ਰਹੇ ਹਨ ਔਰ ਆਪਣੇ ਸਾਰੇ ਫੀਲਡ 'ਚ ਉਹ ਸੇਵਾਵਾਂ ਦੇ ਰਹੇ ਆ। ਤਾਂ ਹੋਮਿਓਪੈਥਿਕ ਪ੍ਰਣਾਲੀ ਇਹ ਕੀ ਹੈ ਕਿ ਜਦੋਂ ਡਾਕਟਰ ਸੈਮੂਅਲ ਹੈਨੇਮਨ, ਜੋ ਕਿ ਇੱਕ ਐਲੋਪੈਥੀ ਡਾਕਟਰ ਸੀ, ਉਹ ਆਪਣੀ ਇੱਕ ਰਿਸਰਚ ਕਰ ਰਹੇ ਸੀ ਚਾਈਨਾ ਦਵਾਈ ਤੇ, ਜਿਹੜੀ ਕਿ ਇੱਕ ਮਲੇਰੀਆ ਦੇ ਸਿੰਪਟਮਸ ਨੂੰ ਕਿਉਰ ਕਰਨ ਵਾਸਤੇ ਉਹ ਉਸ ਦਾ ਤਰਜਮਾਨ ਜਿਹੜਾ ਕਰ ਰਹੇ ਸੀ। ਤਾਂ ਉਸ ਟ੍ਰਾਂਸਲੇਸ਼ਨ ਦੇ ਵਿੱਚ ਉਹਨਾਂ ਨੇ ਵੇਖਿਆ ਕਿ ਵੀ ਇਹ ਦਵਾਈ ਜਿਹੜੀ ਹੈ ਉਹੀ ਜਿਹੜੀ ਸਿੰਪਟਮਸ ਨੂੰ ਇਹ ਠੀਕ ਕਰਨ ਵਾਸਤੇ ਦਿੱਤੀ ਜਾ ਸਕਦੀ ਹੈ, ਉਹੀ ਇਹ ਜਿਹੜੇ ਸਿੰਪਟਮ ਹੈ ਜਾਂ ਉਹਦੇ ਲੱਛਣ ਹੈ ਉਹ ਇੱਕ ਜਿਹੜਾ ਹੈਲਦੀ ਪਰਸਨ 'ਚ ਵੀ ਉਹ ਪੈਦਾ ਕਰ ਸਕਦੀ ਹੈ, ਉਸ ਦੀ ਕਾਬਲੀਅਤ ਹੈ। ਤਾਂ ਉਹਨਾਂ ਨੇ ਜਦੋਂ ਇਸ ਫਾਰਮੂਲੇ ਤੇ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਕਿ ਐਨੀਮਲ ਤੋਂ, ਪਲਾਂਟਸ ਤੋਂ, ਮਿਨਰਲਸ ਤੋਂ, ਜਦੋਂ ਉਹਨਾਂ ਨੇ ਇਸ ਚੀਜ਼ ਤੇ ਅੱਗੇ ਖੋਜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਕਾਮਯਾਬੀ ਮਿਲੀ ਕਿ ਜੇ ਅਸੀਂ ਹੀਟ, ਕੋਲਡ ਹੀਟ ਤੇ ਸਵੈਟ ਜਿਹੜਾ ਹੈ ਜੋ ਇੱਕ ਮਲੇਰੀਆ ਦੇ ਸਿੰਪਟਮ ਹੈ, ਔਰ ਉਹਦਾ ਜਦੋਂ ਅਸੀਂ ਇੱਕ ਹੈਲਦੀ ਪਰਸਨ 'ਚ ਦਿੰਦੇ ਹਾਂ ਤੇ ਉਹੀ ਸਿੰਪਟਮਸ ਆਉਂਦੇ ਸੀ। ਤਾਂ ਉਹਨਾਂ ਨੇ ਬਾਕੀ ਇਹ ਦਵਾਈਆਂ ਤੇ ਵੀ ਇਸ ਦੀ ਜੋ ਉਹਨਾਂ ਨੇ ਖੋਜ ਕੀਤੀ, ਤਾਂ ਉਸ 'ਚ ਇੱਕ ਇਹਨਾਂ ਨੇ ਕੰਪਲੀਟ ਇੱਕ ਸਟੱਡੀ ਉਹਦੇ 'ਚ ਉਹਨੂੰ ਲਿਆਉਣ 'ਚ ਕਾਮਯਾਬ ਹੋਏ। ਤਾਂ ਉਹਦੇ ਨਾਲ ਇੱਕ ਹੋਰ ਸੀਗਾ ਕਿ ਹੋਮਿਓਪੈਥਿਕ ਜਿਹੜੀ ਦਵਾਈ ਹੈ ਉਹ ਸਿਰਫ ਇੱਕ ਫਿਜ਼ੀਕਲ ਸਿੰਪਟਮ ਨਾਲ ਰਿਲੇਟਡ ਨਹੀਂ ਹੈ, ਉਸ ਦੇ ਨਾਲ ਤੁਹਾਡੇ ਮੈਂਟਲ, ਇਮੋਸ਼ਨ, ਸਪਿਰਿਚੁਅਲ ਔਰ ਤੁਹਾਡੇ ਜੋ ਫਿਜ਼ੀਕਲ ਇੱਕ ਬਾਅਦ 'ਚ ਪਾਰਟ ਆਉਂਦਾ ਵੀ ਤੁਹਾਡਾ ਮਾਈਂਡ ਕੀ ਕਹਿ ਰਿਹਾ। ਕਿਉਂਕਿ ਮਾਈਂਡ ਆਪਾਂ ਕਹਿੰਦੇ ਆ ਵੀ ਉਹ ਇੱਕ ਬੋਡੀ ਦੀ ਸਾਡੀ ਵਿਆਖਿਆ ਕਰਦਾ ਵੀ ਅਸੀਂ ਸਾਡੀ ਸੋਚ ਕੀ ਹੈ, ਸਾਨੂੰ ਕਿਸ ਤਰ੍ਹਾਂ ਦੇ ਡ੍ਰੀਮਸ ਆਉਂਦੇ ਆ, ਕਿਸ ਤਰ੍ਹਾਂ ਦੀ ਸਾਡੀ ਸੋਚ ਹੈ। ਅਸੀਂ ਜਦੋਂ ਪੇਸ਼ੈਂਟ ਕਲੀਨਿਕ 'ਚ ਐਂਟਰ ਕਰਦਾ ਹੈ ਤਾਂ ਉਹਦੇ ਅਸੀਂ ਹਾਵ ਭਾਵ, ਉਹਦੇ ਜੈਸਚਰ ਤੋਂ, ਉਹਦੇ ਮੂਵਮੈਂਟ ਤੋਂ, ਉਹਦੇ ਗੱਲ ਕਰਨ ਤੋਂ, ਉਹ ਕਿਸ ਤਰ੍ਹਾਂ ਇੱਕ ਸਹਿਜ ਸੁਭਾਅ ਨਾਲ ਗੱਲ ਕਰਦਾ ਹੈ ਕਿ ਬਹੁਤ ਕਾਹਲੀ 'ਚ ਗੱਲ ਕਰਦਾ ਹੈ, ਜਾਂ ਉਹਦਾ ਜਿਹੜੀ ਉਹਦੀ ਸੋਚ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਹੈ, ਉਸ ਦੇ ਹਿਸਾਬ ਨਾਲ ਵੀ ਅਸੀਂ ਜੋ ਉਹਦੀ ਮੈਡੀਸਨ ਦੇ ਜਿਹੜੇ ਸਿੰਪਟਮ ਅਸੀਂ ਉਹ ਦਵਾਈ ਦਿੰਦੇ ਹਾਂ ਉਸ ਹਿਸਾਬ ਨਾਲ ਤਾਂ ਉਹ ਕਾਫੀ ਉਹਨੂੰ ਰਿਲੀਫ ਮਿਲਦਾ ਹੈ। ਔਰ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਫੋਰਨ ਕੰਟਰੀਆਂ 'ਚ, ਕਿਉਂਕਿ ਇਹ ਦਵਾਈਆਂ ਸਾਰੀਆਂ ਜ਼ਿਆਦਾਤਰ ਉੱਥੇ ਪ੍ਰੂਵ ਹੋਈਆਂ, ਇਹਦੇ 'ਚ ਕੋਈ ਸ਼ੱਕ ਨਹੀਂ, ਤਾਂ ਉੱਥੇ ਜਿਹੜੀਆਂ ਕਿਤਾਬਾਂ 'ਚ ਜਿਵੇਂ ਲਿਖਿਆ ਉਵੇਂ ਆ ਕੇ ਜਦੋਂ ਸਿੰਪਟਮਸ ਪੇਸ਼ੈਂਟ ਆ ਕੇ ਦੱਸਦੇ ਆ ਤੇ ਉਸੇ ਤਰ੍ਹਾਂ ਦੀ ਦਵਾਈ ਨਾਲ ਫੌਰੀ ਠੀਕ ਹੋ ਜਾਂਦੇ ਆ। ਕਿਉਂਕਿ ਉਸ ਦੇ ਵਿੱਚ ਸਾਡੀ ਕੋਈ ਦਵਾਈ ਦਾ ਜਿਹੜਾ ਇੱਕ ਰੈਸ਼ਨਲ ਸਿਸਟਮ ਹੈ ਹੋਮਿਓਪੈਥੀ, ਉਹਦੇ 'ਚ ਬਹੁਤ ਸਾਰੇ ਸਾਨੂੰ ਕੋਈ ਜ਼ਿਆਦਾ ਮਟੀਰੀਅਲ ਡੋਜ਼ ਦੀ ਲੋੜ ਨਹੀਂ, ਇੱਕ ਬਹੁਤ ਹੀ ਇੱਕ ਥੋੜ੍ਹੀ ਡੋਜ਼ ਦੇਣੀ ਹੁੰਦੀ ਹੈ ਜਿਹੜੀ ਕਿ ਉਸ ਦੇ ਜਿਹੜੀ ਸਪਿਰਿਚੁਅਲ ਫੋਰਸ ਹੈ, ਵਾਈਟਲ ਫੋਰਸ ਅਸੀਂ ਕਹਿੰਦੇ ਹਾਂ, ਉਹਦੇ ਅਕੋਰਡਿੰਗਲੀ ਉਹ ਜਿਹੜੀ ਹੈ ਉਹਦੇ ਤੇ ਐਕਟ ਕਰਦੀ ਹੈ। ਔਰ ਉਸ ਸਪਿਰਿਚੁਅਲ ਫੋਰਸ ਜਿਹੜੀ ਵਾਈਟਲ ਫੋਰਸ ਨੂੰ ਡੀਰੇਂਜ ਤੋਂ ਅਰੇਂਜ ਕਰਕੇ ਪੇਸ਼ੈਂਟ ਨੂੰ ਜਿਹੜਾ ਉਸ ਦਾ ਰਿਲੀਫ ਮਿਲਦਾ ਤੇ ਉਹਨੂੰ ਅਸੀਂ ਤੰਦਰੁਸਤ ਕਹਿੰਦੇ ਹਾਂ। ਤਾਂ ਇਸ ਵਾਸਤੇ ਜਿਹੜੇ ਇਹਦੇ ਫਾਇਦੇ ਇਹੀ ਹੈ ਜੋ ਸਾਰੇ ਹੀ ਹੈ ਕਿ ਹੁਣ ਸਾਡਾ 3050 ਕਰੋੜ ਦਾ ਬਜਟ ਜਿਹੜਾ ਆਯੁਰਵੈਦਿਕ ਤੇ ਹੋਮਿਓਪੈਥੀ ਵਾਸਤੇ ਸੈਂਟਰਲ ਗਵਰਨਮੈਂਟ ਨੇ ਮੁਕਰਰ ਕੀਤਾ, ਉਹਦੇ 'ਚ ਉਹ ਕਾਲਜਾਂ ਤੇ
ਦੀ ਸਟਰੈਂਥਨਿੰਗ ਕਰਨੀ ਹੈ ਔਰ ਉਹਦੇ ਵਾਸਤੇ ਰਿਸਰਚ ਦੇ ਸਾਧਨ ਹੋਰ ਪੈਦਾ ਕਰਨੇ ਆ, ਹੋਰ ਦਵਾਈਆਂ ਦਾ ਅੱਗੋਂ ਅਪਰੂਵ ਹੋਣੀਆਂ ਜਿਹੜੀਆਂ ਕਿ ਹੈਲਦੀ ਹਿਊਮਨ ਬੀਇੰਗ ਤੇ ਹੁੰਦੀਆਂ। ਤਾਂ ਲੈਟ ਲਾਈਕਸ ਬੀ ਕਿਉਰਡ ਬਾਈ ਲਾਈਕ, ਤਾਂ ਇਹ ਇੱਕ ਫਾਰਮੂਲਾ ਹੈ ਕਿ ਜਿਹੜੀ ਅਸੀਂ ਦਵਾਈ ਜਿਸ ਸਿੰਪਟਮ ਵਾਸਤੇ ਦੇਣੀ ਹੈ ਉਹੀ ਉਹਨੂੰ ਪੇਸ਼ੈਂਟ ਨੂੰ ਠੀਕ ਕਰਨ ਵਾਸਤੇ ਦੇਣੀ ਹੈ, ਉਹੀ ਜਿਹੜੇ ਲੱਛਣ ਉਹ ਇੱਕ ਹੈਲਦੀ ਹਿਊਮਨ ਬੀਇੰਗ 'ਚ ਵੀ ਪ੍ਰੂਵ ਹੋ ਸਕਦੇ ਆ। ਇਹ ਸਾਡਾ ਬੇਸਿਕਲੀ ਇੱਕ ਜਿਹੜਾ ਸਾਡਾ ਇੱਕ ਸਿਧਾਂਤ ਹੈ ਹੋਮਿਓਪੈਥੀ ਦਾ, ਜਿਹਦੇ ਤੇ ਅਸੀਂ ਕੰਮ ਕਰਦੇ ਹਾਂ। ਡਾਕਟਰ ਸਾਹਿਬ, ਇਹ ਅੰਗਰੇਜ਼ੀ ਦਵਾਈਆਂ ਦੇ ਮੁਕਾਬਲੇ ਹੋਮਿਓਪੈਥਿਕ ਜਿਹੜੀ ਦਵਾਈ ਹੈ ਇਹ ਕਿਉਂ ਜ਼ਰੂਰੀ ਹੈ ਤੇ ਇਹਦੇ ਕੀ ਨੁਕਸਾਨ ਹੈ ਸਿਹਤ ਤੇ, ਕੀ ਇਹਦੇ ਫਾਇਦੇ ਹੈ, ਉਹਦੇ ਬਾਰੇ ਚਾਨਣਾ ਪਾਇਓ। ਉਹਦੇ 'ਚ ਇਹ ਹੈ ਕਿ ਜਿਹੜੀਆਂ ਮੈਡੀਸਨ ਪਲਾਂਟ ਤੋਂ ਜਿਹੜੀਆਂ ਦਵਾਈਆਂ ਹੁੰਦੀਆਂ ਉਹ ਅਸੀਂ ਲੋ ਪੋਟੈਂਸੀ 'ਚ ਰਿਪੀਟਡਲੀ ਵੀ ਦੇ ਸਕਦੇ ਹਾਂ। ਕੁਝ ਦਵਾਈਆਂ ਸਾਡੀਆਂ ਜਿਹੜੀਆਂ ਮਿਨਰਲਸ ਤੋਂ ਹੈ ਜਾਂ ਮੈਟਰਲਸ ਤੋਂ ਹੈ ਜਾਂ ਜਿਹੜੀਆਂ ਸਾਡੀਆਂ ਨੋ ਸੋਡ ਤੋਂ ਹੈ, ਜਿਹੜੇ ਕਿ ਡਿਜ਼ੀਜ਼ਡ ਸਾਡਾ ਪਾਰਟ ਜਿਹੜਾ ਹੁੰਦਾ ਹੈ ਉਸ 'ਚੋਂ ਅਸੀਂ ਦਵਾਈ ਬਣਾਉਂਦੇ ਹਾਂ, ਜਾਂ ਸਾਰਕੋਡਸ ਹੈਲਦੀ ਆਰਗੈਨਿਜ਼ਮ ਦੇ ਉਹਦੇ 'ਚੋਂ ਹੁੰਦਾ। ਤਾਂ ਜਿਹੜੇ ਨੋ ਸੋਡ ਹੈ ਜਾਂ ਮੈਟਰਲਸ ਹੈ ਜਾਂ ਮਿਨਰਲ ਹੈ, ਇਹ ਡੀਪ ਐਕਟਿੰਗ ਦਵਾਈਆਂ ਹੈ। ਅਸੀਂ ਉਹਦੀ ਕੋਈ ਜਿਹੜੇ ਦਿਮਾਗੀ ਲੱਛਣ ਦੇ ਹਿਸਾਬ ਨਾਲ ਤੇ ਫਿਜ਼ੀਕਲ ਲੱਛਣ ਦੇ ਹਿਸਾਬ ਨਾਲ ਅਸੀਂ ਬਹੁਤ ਜ਼ਿਆਦਾ ਉਹਨਾਂ ਨੂੰ ਰਿਪੀਟਡ ਡੋਜ਼ਸ ਨਹੀਂ ਦੇ ਸਕਦੇ, ਜਾਂ ਉਹ ਜ਼ਿਆਦਾ ਹਾਈ ਕੁਆਲਿਟੀ 'ਚ ਉਹਦੀ ਪੋਟੈਂਸੀ ਜਿਹੜੀ ਹੈ ਉਸ 'ਚ ਨਹੀਂ ਦੇ ਸਕਦੇ, ਤਾਂ ਕਿਉਂਕਿ ਉਹਦਾ ਅਸਰ ਫਿਰ ਜ਼ਿਆਦਾ ਦੇ ਰਹਿੰਦਾ। ਤਾਂ ਅਸੀਂ ਆਪਦੀਆਂ ਦਵਾਈਆਂ ਦੇ ਜੋ ਉਹਦਾ ਸੋਰਸ ਕੀ ਹੈ ਉਸ ਤੋਂ ਵੀ ਅਸੀਂ ਉਸ ਪੇਸ਼ੈਂਟ ਨੂੰ ਦੀ ਬਿਮਾਰੀ ਦੇ ਔਰ ਤਕਲੀਫ ਦੇ ਅਕੋਰਡਿੰਗਲੀ ਅਸੀਂ ਉਹਨੂੰ ਪੇਸ਼ੈਂਟ ਨੂੰ ਦੇਣੀ ਹੁੰਦੀ ਹੈ। ਇਸੇ ਕਰਕੇ ਇਹੀ ਫਰਕ ਹੈ ਕਿ ਜਿਵੇਂ ਕੋਈ ਸਰਕਾਰੀ ਟੀਚਰ ਬਹੁਤ ਸਾਰੀਆਂ ਦਵਾਈਆਂ ਪੜ੍ਹ ਕੇ ਕਿਤਾਬਾਂ 'ਚੋਂ ਉਹ ਮੈਡੀਸਨ ਲਈ ਗਏ ਔਰ ਉਹਨਾਂ ਦੇ ਇੰਨੇ ਡਿਪਰੈਸ਼ਨ ਚਲੇ ਗਏ ਤੇ ਉਹਨਾਂ ਦਾ ਬੜਾ ਨੁਕਸਾਨ ਹੋਇਆ। ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਅਸੀਂ ਰਿਟਾਇਰਡ ਜਿਹੜੇ ਆਫੀਸਰ ਹੈ, ਕੋਈ ਸਰਕਾਰੀ ਅਦਾਰੇ ਹੈ, ਉਹਨਾਂ 'ਚੋਂ ਕੋਈ ਉਹ ਕਹਿੰਦੇ ਜੀ ਅਸੀਂ ਪੜ੍ਹ ਕੇ ਦਵਾਈ ਜਿਹੜੀ ਹੈ ਸਾਨੂੰ ਉਹ ਸਿੰਪਟਮ ਮਿਲ ਗਏ ਤੇ ਅਸੀਂ ਦਵਾਈ ਦਿੱਤੀ। ਤਾਂ ਬੜਾ ਇੱਕ ਜਿਹੜਾ ਹੈ ਕੁਆਲੀਫਾਈਡ ਡਾਕਟਰਸ ਕੋਲ ਹੀ ਐਡਵਾਈਸ ਵਾਸਤੇ ਜਾਣਾ ਚਾਹੀਦਾ। ਔਰ ਹੋਮਿਓਪੈਥੀ 'ਚ ਜਿਹੜੀਆਂ ਜਿਸ ਤਰ੍ਹਾਂ ਰਿਮੇਟਡ ਆਰਥਰਾਈਟਸ ਜੋੜਾਂ ਦਾ ਦਰਦ ਹੈ, ਇਸ ਦਾ ਕੋਈ ਇਲਾਜ ਨਹੀਂ ਹੈ। ਇਲਾਜ ਨਹੀਂ ਹੈ ਤਾਂ ਮੈਂ ਇਹ ਨਹੀਂ ਕਹਿੰਦਾ, ਕਿਉਂਕਿ ਅੰਗਰੇਜ਼ੀ ਡਾਕਟਰਾਂ ਕੋਲ ਤਾਂ ਬਹੁਤ ਸਾਰੇ ਕੇਸ ਹੁੰਦੇ ਆ, ਪਰ ਉਹਦੇ 'ਚ ਉਸ ਤਰ੍ਹਾਂ ਦੀਆਂ ਦਵਾਈਆਂ ਦਿੰਦੇ ਆ ਕਿ ਉਹ ਜਿਹੜੀ ਇਨਫਲੇਮੇਸ਼ਨ ਤੇ ਉਹ ਜਿਹੜੀ ਸਾਰਾ ਉਸ ਪਾਰਟ 'ਚ ਫਿਰ ਉਹ ਦੁਬਾਰਾ ਹੋਣ ਦੇ ਜਿਹੜੇ ਆ ਇਨਕਨਾਕ ਉਹ ਜਾਂ ਚਾਂਸਸ ਹੁੰਦੇ ਆ ਕਿ ਵੀ ਉਹ ਦੁਬਾਰਾ ਤਕਲੀਫ ਹੋ ਜੇ। ਇਸੇ ਤਰ੍ਹਾਂ ਹੀ ਸ਼ੂਗਰ 'ਚ ਇਸ ਦਾ ਕੋਈ ਇਲਾਜ ਨਹੀਂ ਹੈ। ਪੱਥਰੀ ਦੇ ਜਿਹੜੇ ਲੱਛਣ ਹੁੰਦੇ ਆ ਉਹਦੇ 'ਚ ਪੱਥਰੀ ਜਿਹੜੀ ਹੈ ਕਿਡਨੀ 'ਚ ਹੈ, ਉਸ ਵਾਸਤੇ ਵੀ ਨਹੀਂ। ਗਾਲ ਬਲੈਡਰ 'ਚ ਸਟੋਨ ਹੈ, ਉਸ ਵਾਸਤੇ ਵੀ ਹੋਮਿਓਪੈਥੀ ਦਵਾਈਆਂ ਕਾਰਗਰ ਸਿੱਧ ਹੋਈਆਂ। ਮੈਂ ਖੁਦ ਕੇਸ ਠੀਕ ਕੀਤੇ ਆ ਵੀ ਜਦੋਂ ਕਿ ਗਾਲ ਬਲੈਡਰ ਤੋਂ ਕਾਮਨ ਬਾਈਲ ਡਕਟ 'ਚ ਸਾਰਾ ਸਟੋਨ ਫਿਲਡ ਸੀ ਤੇ ਅਸੀਂ ਆਪਦੀ ਦਵਾਈ ਕਲਕੇਰੀਆ ਕਾਰਬ ਉਦੋਂ ਦਵਾਈ ਜਿਹੜੀ ਅਸੀਂ ਉਦੋਂ ਦਿੱਤੀ ਸੀ ਤੇ ਉਹਦੇ ਨਾਲ 2 ਪੇਸ਼ੈਂਟ ਇਹ ਜਿਹੇ ਠੀਕ ਹੋਏ ਸੀ ਕਿ ਉਹਦਾ ਜਿਹੜਾ ਆਪਰੇਸ਼ਨ ਵੀ ਨਹੀਂ ਹੋ ਸਕਦਾ ਸੀ, ਕਿਉਂਕਿ ਉਹਦੇ ਜੌਂਡਿਸ ਦੇ ਸਿੰਪਟਮ ਬਹੁਤ ਹੋ ਗਏ ਸੀ। ਡਾਕਟਰ ਸਾਹਿਬ, ਇਹ ਹੋਮਿਓਪੈਥੀ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੇ ਜ਼ਿਆਦਾ ਅਸਰਦਾਰ ਹੈ? ਦੇਖੋ, ਜੋ ਐਲੋਪੈਥੀ ਹੈ ਉਹ ਸਰਜਰੀ ਡੋਮੀਨੇਟਡ ਹੈ। ਸਰਜਰੀ ਦੇ ਕਰਕੇ ਹੀ ਐਲੋਪੈਥੀ ਦੀ ਜਿਹੜੀ ਇੰਨੀ ਚੜ੍ਹਤ ਹੈ ਔਰ ਇੰਨੀ ਜ਼ਿਆਦਾ ਰਿਸਰਚ ਹੁੰਦੀ ਹੈ, ਔਰ ਉਹਦੇ ਜਿਹੜੇ ਨਵੇਂ ਆਯਾਮ ਜਿਹੜੇ ਉਹ ਸਥਾਪਿਤ ਹੋਏ ਆ ਉਹ ਸਿਰਫ ਸਰਜਰੀ ਕਰਕੇ ਆ। ਤਾਂ ਹੋਮਿਓਪੈਥੀ 'ਚ ਕੀ ਹੈ ਕਿ ਜਿਹੜੀਆਂ ਅਸੀਂ ਦਵਾਈਆਂ ਨਾਲ, ਅੰਗਰੇਜ਼ੀ ਦਵਾਈਆਂ ਦੇ ਨਾਲ ਉਹਨੂੰ ਪਰਮਾਨੈਂਟ ਅਸੀਂ ਕਿਉਰ ਜਿਨ੍ਹਾਂ ਕੇਸਾਂ 'ਚ ਨਹੀਂ ਕਰ ਸਕਦੇ, ਜਿਵੇਂ ਕਿ ਜੋੜਾਂ ਦਾ ਦਰਦ ਹੈ, ਦਿਮਾਗੀ ਜਿਹੜੀਆਂ ਬਿਮਾਰੀਆਂ ਹੈ, ਕਈ ਬਹੁਤ ਸਾਰੇ ਜਿਹੜੇ ਜਨਾਨਾ ਜਿਹੜੇ ਰੋਗ ਹੈ ਉਹਨਾਂ ਦੀ ਮਾਹਵਾਰੀ ਦਾ, ਹੋਰ ਜੋ ਉਹਨਾਂ ਦੇ ਭਾਰ ਪੈਣ ਦੀ ਸ਼ਿਕਾਇਤ ਅੱਗੇ ਜਾਂ ਪਿੱਛੇ ਉਹ ਸਾਰਾ, ਜਾਂ ਪ੍ਰੈਗਨੈਂਸੀ 'ਚ ਕੋਈ ਛੋਟੀਆਂ ਮੋਟੀਆਂ ਜਿਹੜੀਆਂ ਤਕਲੀਫਾਂ ਹੁੰਦੀਆਂ ਉਹਨੂੰ ਜਿਹੜਾ ਅਸੀਂ ਹੋਮਿਓਪੈਥੀ ਦਵਾਈਆਂ ਨਾਲ ਦੇ ਕੇ ਉਹਨੂੰ ਸੇਫਲੀ ਉਹਨੂੰ ਪੇਸ਼ੈਂਟ ਨੂੰ, ਪ੍ਰੈਗਨੈਂਟ ਜਿਹੜੀਆਂ ਲੇਡੀਜ਼ ਆ ਉਹਨਾਂ ਨੂੰ ਟ੍ਰੀਟ ਕਰ ਸਕਦੇ ਹਾਂ। ਉਸ ਤੋਂ ਇਲਾਵਾ ਜਿਵੇਂ ਸ਼ੂਗਰ ਦੀ ਤਕਲੀਫ ਹੈ, ਜੋੜਾਂ ਦਾ ਦਰਦ ਹੈ, ਸਾਹ ਦੀ ਕਸਰ ਹੈ, ਤਾਂ ਹੋਰ ਬਹੁਤ ਸਾਰੀਆਂ ਜਿਹੜੇ ਵਾਇਰਲ ਬੁਖਾਰ ਹੈ ਜਿਹੜੇ ਕਿ ਉਹ ਸਮਝਦੇ ਆ ਕਿ ਆਪਣੇ ਟਾਈਮ ਨਾਲ ਠੀਕ ਹੋਣੇ ਆ, ਉਹਦੇ 'ਚ ਅੰਗਰੇਜ਼ੀ ਦਵਾਈਆਂ ਦਾ ਸਿਰਫ ਇੰਨਾ ਹੀ ਰੋਲ ਹੈ ਵੀ ਜਿੱਥੇ ਉਹ ਲਾਸਟ ਦਵਾਈ ਜਿਹੜੇ ਡਾਕਟਰ ਕੋਲ ਜਦੋਂ ਉਹਦਾ ਟਾਈਮ ਪੂਰਾ ਹੋਣਾ ਸੀ ਲਈ ਤੇ ਅਸੀਂ ਸਮਝਦੇ ਹਾਂ ਵੀ ਉਸ ਡਾਕਟਰ ਨੇ ਸਾਨੂੰ ਠੀਕ ਕਰਤਾ। ਮਤਲਬ ਕਿ ਉਹ ਇਸ ਚੀਜ਼ 'ਚ ਨਹੀਂ, ਉਹ ਸਮਝਦੇ ਆ ਵੀ ਲੀਵਰ ਇੱਕ ਰੀਜਨਰੇਟਿਵ ਔਰਗਨ ਹੈ ਐਲੋਪੈਥੀ 'ਚ, ਤੇ ਉਹਦੇ ਵਾਸਤੇ ਕੋਈ ਵੀ ਉਹਨਾਂ ਨੇ ਦਵਾਈ ਜਿਹੜੀ ਹੈ ਉਸ ਵਾਸਤੇ ਨਹੀਂ ਬਣੀ ਹੋਈ, ਹਲੇ ਤੱਕ ਵੀ ਨਹੀਂ ਹੈ। ਉਹ ਜਿਹੜੀਆਂ ਕੋਈ ਪੀਣ ਵਾਲੀ ਦਵਾਈਆਂ ਜਾਂ ਕੋਈ ਹੋਰ ਹੈ, ਅਸੀਂ ਜਿਹੜੀਆਂ ਉਹਦੀਆਂ ਕੰਪਲੀਕੇਸ਼ਨ ਹੈ ਪੇਸ਼ੈਂਟ ਨੂੰ ਉਹਨੂੰ ਠੀਕ ਕਰਨ 'ਚ ਜਿਹੜੇ ਐਲੋਪੈਥੀ ਦੇ ਡਾਕਟਰ ਲੱਗੇ ਰਹਿੰਦੇ ਆ। ਤਾਂ ਮੈਂ ਸਮਝਦਾ ਕਿ ਜਿਵੇਂ ਹੈਪਾਟਾਈਟਸ ਦੇ ਕੇਸ ਵੀ ਲੀਵਰ ਦੇ ਖਾਸ ਤੌਰ 'ਤੇ ਇੰਨੀਆਂ ਵਧੀਆ ਦਵਾਈਆਂ ਜਿਹੜੀਆਂ ਕਿ ਲੀਵਰ ਨੂੰ ਜਿਹੜੀਆਂ ਤਾਕਤ ਦੇ ਸਕਦੀਆਂ, ਤਾਂ ਉੱਥੋਂ ਅਸੀਂ ਉਸ ਨੌਬਤ 'ਚ ਸਾਨੂੰ ਉਸ ਕੰਡੀਸ਼ਨ 'ਚ ਪੇਸ਼ੈਂਟ ਦੀ ਸਟੇਟ ਉਹ ਨਾ ਬਣੇ ਕਿ ਉਹਨੂੰ ਕੋਈ ਅੰਗਰੇਜ਼ੀ ਦਵਾਈਆਂ ਦੀ ਲੋੜ ਪਵੇ, ਤਾਂ ਅਸੀਂ ਫੌਰੀ ਤੌਰ 'ਤੇ ਹੋਮਿਓਪੈਥੀ ਨਾਲ ਉਸ ਦਾ ਜਿਹੜਾ ਇਲਾਜ ਕਰੀਏ
ਤਾਂ ਬਹੁਤ ਸਾਰਾ, ਔਰ ਖਾਸ ਤੌਰ ਤੇ ਜਿਹੜੀ ਸਾਈਕੋਲੋਜੀਕਲੀ ਅੱਜ ਕੱਲ੍ਹ ਪ੍ਰੋਬਲਮਸ ਆ ਰਹੀਆਂ ਹਰੇਕ ਕੰਟਰੀ 'ਚ, ਇੰਡੀਆ 'ਚ ਵੀ, ਕਿ ਬੱਚੇ ਜਿਹੜੇ ਮਾਯੂਸ ਹੋ ਜਾਂਦੇ ਆ, ਡਿਪਰੈਸ ਹੋ ਜਾਂਦੇ ਆ, ਤਾਂ ਉਹਦੇ ਵਾਸਤੇ ਅੰਗਰੇਜ਼ੀ ਦਵਾਈਆਂ 'ਚ ਸਟੀਮੂਲੈਂਟ ਦੇਣ ਨਾਲੋਂ ਜਾਂ ਟ੍ਰੌਂਕਲਾਈਜ਼ਰ ਦੇਣ ਨਾਲੋਂ, ਜਿਹਦੇ 'ਚ ਉਹ ਨਸ਼ੇ ਦਾ ਆਦੀ ਹੋ ਜਾਂਦਾ ਹੈ, ਬੱਚੇ ਦਾ ਵੀ ਉਹ ਮੈਡੀਸਨ ਉਹਦੇ ਡੋਜ਼ ਫਿਕਸ ਹੋ ਜਾਂਦੀ ਹੈ, ਤਾਂ ਮੇਰੇ ਖਿਆਲ 'ਚ ਉਹ ਅਸੀਂ ਜੇ ਹੋਮਿਓਪੈਥੀ ਦਵਾਈਆਂ ਦੇ ਉਹ ਜਿਹੜਾ ਬਿਲਕੁਲ, ਔਰ ਹੋਮਿਓਪੈਥੀ ਦਵਾਈਆਂ ਦੇ ਇੱਕ ਮੈਂ ਖਾਸ ਤੌਰ ਤੇ ਦੱਸਣਾ ਚਾਹਣਾ ਵੀ ਉਹਦੀ ਕੇਸ ਟੇਕਿੰਗ ਤੇ ਬਹੁਤ ਡਿਪੈਂਡ ਕਰਦਾ ਹੈ ਕਿ ਅਸੀਂ ਹੈਡ ਟੂ ਫੁੱਟ, ਮਾਈਂਡ ਟੂ ਫੁੱਟ ਉਹਦੇ ਜਿਹੜੇ ਸਾਰੇ ਜਿਹੜੀ ਕੇਸ ਟੇਕਿੰਗ ਪ੍ਰੋਪਰ ਕਰੀਏ। ਫਿਰ ਅਸੀਂ ਉਸ ਕੇਸ ਨੂੰ ਵੈਲਿਊਡ ਕਰਕੇ ਜਿਹੜੀ ਦਵਾਈ ਬਹੁਤ ਜ਼ਿਆਦਾ ਉਸ ਤੇ ਦੇ ਨਾਲ ਠੀਕ ਬੈਠਦੀ ਹੈ, ਉਸ ਦਵਾਈ ਦੀ ਚੋਣ ਕਰਕੇ, ਸਹੀ ਦਵਾਈ ਦੀ ਚੋਣ ਕਰਕੇ ਉਹ ਪੇਸ਼ੈਂਟ ਨੂੰ ਦੇਈਏ। ਜਿੰਨੇ ਜ਼ਿਆਦਾ ਸਿੰਪਟਮਸ ਸਾਡੇ ਕੇਸ ਲਈ ਦਵਾਈ ਨਾਲ ਰਿਲੇਟ ਕਰਨਗੇ, ਉਨਾ ਜਲਦੀ ਪੇਸ਼ੈਂਟ ਨੂੰ ਕਿਉਰ ਹੋਏਗਾ। ਔਰ ਮੈਂ ਇੱਕ ਦਾਅਵੇ ਨਾਲ ਤੁਹਾਨੂੰ ਦੱਸ ਸਕਦਾ ਵੀ ਇਹ ਜਿਹੜੀਆਂ ਦਵਾਈਆਂ ਸੇਫ ਹੈ। ਸਿਰਫ ਅਸੀਂ ਜਿਹੜੀਆਂ ਮਿਨਰਲ, ਮੈਟਲ ਜਾਂ ਅਸੀਂ ਜਿਹੜੀਆਂ ਨੋ ਸੋਡ ਤੋਂ ਜਿਹੜੀਆਂ ਦਵਾਈਆਂ ਬਣਾਉਣੇ ਆ, ਉਹ ਅਸੀਂ ਕੁਆਲੀਫਾਈਡ ਡਾਕਟਰ ਨੂੰ ਬਿਹਤਰ ਪਤਾ ਹੈ, ਔਰ ਉਹ ਦਵਾਈਆਂ ਅਸੀਂ ਕਿੰਨੀ ਮਿਕਦਾਰ 'ਚ, ਕਿੰਨੀ ਪੋਟੈਂਸੀ 'ਚ, ਤਾਕਤ 'ਚ ਦੇਣੀ ਹੈ, ਉਹ ਅਸੀਂ ਜ਼ਰੂਰ ਉਸ ਚੀਜ਼ ਦਾ ਖਿਆਲ ਕਰਨਾ। ਇਸ ਕਰਕੇ ਮੇਰੀ ਐਡਵਾਈਸ ਹੈ ਕਿ ਅਸੀਂ ਆਪਦਾ ਕਿਤਾਬਾਂ ਪੜ੍ਹ ਕੇ ਆਪਦਾ ਸੈਲਫ ਮੈਡੀਕੇਸ਼ਨ ਨਾ ਕਰੀਏ। ਜਦੋਂ ਵੀ ਕੋਈ ਹੋਮਿਓਪੈਥ ਦੀ ਕੰਸਲਟੇਸ਼ਨ ਦੀ ਲੋੜ ਹੈ ਤਾਂ ਅਸੀਂ ਉੱਥੇ ਡਾਕਟਰ ਕੋਲ ਜਾਈਏ ਔਰ ਬਿਲਕੁਲ ਉਸ ਦਾ ਜਿਹੜਾ ਇਲਾਜ ਬਾਖੂਬੀ ਕਰਾਈਏ। ਔਰ ਉਸ 'ਚ ਡਾਕਟਰ ਦੀ ਵੀ ਇੱਕ ਇੰਟੈਲੀਜੈਂਸੀ ਦਾ ਹੁੰਦਾ ਹੈ ਕਿ ਉਹ ਪੇਸ਼ੈਂਟ ਦੀ ਓਬਜ਼ਰਵ ਕਰੇ, ਪੂਰਾ ਕੀਨ ਓਬਜ਼ਰਵਰ ਹੋਣਾ ਚਾਹੀਦਾ ਹੈ। ਇਸੇ ਕਰਕੇ ਹੀ ਜਿਹੜੇ ਹੋਮਿਓਪੈਥੀ ਦੇ ਜਿਹੜੇ ਕਰੋਨਿਕ ਕੇਸ ਹੈ, ਉਹ ਬਹੁਤ ਘੱਟ ਕੇਸ, ਜਿੰਨੇ ਡਾਕਟਰ ਇੱਕ ਆਪਦੀ ਕੇਸ ਟੇਕਿੰਗ ਪੂਰੀ ਲੈ ਕੇ ਉਸ 'ਤੇ ਜ਼ਿਆਦਾ ਮਿਹਨਤ ਕਰਨਗੇ, ਉਹਨਾਂ ਇਸ ਹੋਮਿਓਪੈਥੀ ਨੂੰ ਇੱਕ ਬਲ ਮਿਲੂਗਾ। ਔਰ ਹੋਮਿਓਪੈਥੀ 'ਚ ਬਹੁਤ ਜ਼ਿਆਦਾ ਟੀਕੇ ਔਰ ਉਸ ਚੀਜ਼ ਤੋਂ ਜਦੋਂ ਦੇਖੋ ਐਮਰਜੈਂਸੀ ਹੋ ਜਾਣ, ਮੈਂ ਇਹ ਮੰਨਦਾ ਵੀ ਸਾਨੂੰ ਐਲੋਪੈਥੀ ਤੋਂ ਹੋਰ ਕਿਤੇ ਜਾਣ ਦੀ ਲੋੜ ਨਹੀਂ, ਪਰ ਉਹਦੇ ਸਾਨੂੰ ਲੋੜ ਪੈਂਦੀ ਹੈ ਕਿ ਅਸੀਂ ਐਲੋਪੈਥੀ ਦਵਾਈ ਲਈਏ। ਪਰ ਉਹ ਇੱਕ ਜਾਣ ਦਾ ਬੇਸਿਕਲੀ ਤਾਂ ਇੱਕ ਡਾਕਟਰ ਦਾ ਮੰਤਵ ਹੈ ਕਿ ਪੇਸ਼ੈਂਟ ਦੀ ਲਾਈਫ ਨੂੰ ਸੇਵ ਕਰਨਾ। ਮੈਂ ਸਮਝਦਾ ਕਿ ਅਸੀਂ ਸ਼ੁਰੂਆਤੀ ਦੌਰ 'ਚ ਅਸੀਂ ਕੇਸ ਵਧਾ ਕੇ, ਕੇਸ ਤੇ ਹੱਥ ਖੜੇ ਕਰਕੇ ਫਿਰ ਅਸੀਂ ਹੋਮਿਓਪੈਥੀ ਡਾਕਟਰ ਨੂੰ ਇੱਕ ਉਹਦਾ ਇਮਤਿਹਾਨ ਦੇ ਤੌਰ ਤੇ ਉਹਨੂੰ ਕਹੀਏ ਵੀ ਹੁਣ ਤੁਸੀਂ ਕਰੋ, ਤਾਂ ਸ਼ੁਰੂਆਤੀ ਦੇ ਕੇਸਾਂ 'ਚ ਅਸੀਂ ਹੋਮਿਓਪੈਥ ਕੰਸਲਟੈਂਟ ਨੂੰ ਜਿਹੜੀ ਕੁਆਲੀਫਾਈਡ ਡਾਕਟਰਾਂ ਕੋਲ ਜਾਈਏ ਤਾਂ ਕਿ ਉਹਦਾ ਇਲਾਜ ਜਿਹੜਾ ਸਾਨੂੰ ਉਹ ਪੇਸ਼ੈਂਟ ਦੀ ਜਿਹੜੀ ਤਕਲੀਫ ਹੈ ਉਹ ਵਧੇ ਨਾ। ਡਾਕਟਰ ਸਾਹਿਬ, ਇੱਕ ਹਰ ਸਾਲ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਕਿੰਨੇ ਕੁ ਹੋਮਿਓਪੈਥਿਕ ਡਾਕਟਰ ਜਿਹੜੇ ਉਹ ਤਿਆਰ ਹੁੰਦੇ ਆ? ਦੇਖੋ, 250 ਸਾਡੇ ਹੋਮਿਓਪੈਥਿਕ ਇੰਸਟੀਟਿਊਸ਼ਨ, ਉਹਦੇ 'ਚ 40-50 ਇੰਸਟੀਟਿਊਸ਼ਨ ਸਾਡੇ ਜਿਹੜੇ ਆ MD ਦੇ ਆ। ਤਾਂ ਮੈਂ ਸਮਝਦਾ ਵੀ ਸਾਡੇ ਮਤਲਬ ਸਾਡੇ 2-2.5 ਹਜ਼ਾਰ ਡਾਕਟਰ ਤੋਂ ਜ਼ਿਆਦਾ ਜਿਹੜੇ ਆ ਉਹ ਹਰ ਸਾਲ ਜਿਹੜੇ ਆ ਸਾਡੇ ਉਹ ਰਜਿਸਟਰਡ ਹੁੰਦੇ ਆ। ਔਰ ਸਾਡੀ ਜਿਹੜੀ ਰਜਿਸਟ੍ਰੇਸ਼ਨ ਹੈ ਕੁਆਲੀਫਿਕੇਸ਼ਨ ਦੀ, ਉਹਦੇ 'ਚ ਹੁੰਦੀ ਹੈ, ਕਿਉਂਕਿ B ਕੁਆਲੀਫਿਕੇਸ਼ਨ ਵਾਲੇ ਜਿਹੜੇ RMP ਡਾਕਟਰ ਸੀ ਤਾਂ 75-6 ਤੋਂ ਬਿਲਕੁਲ ਰੁਕੀ ਹੋਈ ਹੈ, ਨਾ ਹੀ ਸਰਕਾਰ ਉਸ ਵਾਸਤੇ ਰਜਿਸਟਰਡ ਕਰਦੀ ਹੈ। ਡਾਕਟਰ ਸਾਹਿਬ, ਇੱਕ ਹੋਰ ਦੱਸਿਓ ਵੀ ਹੋਮਿਓਪੈਥਿਕ ਜਿਹੜੀ ਇਲਾਜ ਪ੍ਰਣਾਲੀ ਹੈ, ਇਹਨੂੰ ਅਪਣਾ ਕੇ ਲੋਕ ਅੰਗਰੇਜ਼ੀ ਦਵਾਈਆਂ ਦੇ ਜਿਹੜੇ ਚੱਕਰ 'ਚ ਫਸੇ ਹੁੰਦੇ ਆ, ਉਹਦੇ ਤੋਂ ਲੋਕਾਂ ਦਾ ਖਹਿੜਾ ਛੁੱਟ ਸਕਦਾ ਜੀ? ਹਾਂ, ਬਿਲਕੁਲ ਛੁੱਟ ਸਕਦਾ ਹੈ, ਕਿਉਂਕਿ ਅਸੀਂ ਮੈਂ ਜਿਵੇਂ ਦੱਸਿਆ ਕਿ ਅਸੀਂ ਟਾਈਮ ਦਈਏ, ਮਤਲਬ ਕਿ ਅਸੀਂ ਸ਼ੁਰੂਆਤੀ ਦੌਰ 'ਚ ਅਸੀਂ ਬਹੁਤਾ ਜਿਹੜਾ ਜ਼ਿਆਦਾ ਕੇਸ ਨੂੰ ਖਰਾਬ ਕਰਕੇ ਫਿਰ ਅਸੀਂ ਉਸ ਗੱਲ 'ਚ ਆਈਏ। ਤਾਂ ਮੈਨੂੰ ਲੱਗਦਾ ਕਿ ਵੀ ਆਪਾਂ ਹੋਮਿਓਪੈਥੀ ਦੀ ਜਿੱਥੇ ਇੱਕ ਫੇਥ, ਪਹਿਲੀ ਗੱਲ ਤਾਂ ਪੇਸ਼ੈਂਟ ਦਾ ਫੇਥ ਹੋਵੇ ਔਰ ਉਹ ਉਸ ਕੁਆਲੀਫਾਈਡ ਡਾਕਟਰ ਕੋਲ ਜਾਵੇ ਔਰ ਉਹਨੂੰ ਬਹੁਤ ਹੀ ਬਾਖੂਬੀ ਉਸ ਨੂੰ ਉਹਦਾ ਕੇਸ ਸਟੱਡੀ ਕਰਕੇ ਉਹਨੂੰ ਇਲਾਜ ਕਰੇ, ਤਾਂ ਇਹ ਸਿਸਟਮ ਹੋਰ ਬਹੁਤ ਜ਼ਿਆਦਾ ਜਿਹੜਾ ਆਪਣੇ ਸਾਰਿਆਂ ਦੇ ਲੋਕਾਂ 'ਚ ਪੋਪੂਲਰ ਹੋ ਕੇ, ਕਿਉਂਕਿ ਇਹ ਸੇਫ ਮੈਡੀਸਨ ਸਿਸਟਮ ਹੈਗਾ ਔਰ ਇਹਦੇ 'ਚ ਕੋਈ ਸਾਈਡ ਇਫੈਕਟ ਨਹੀਂ ਹੈ। ਕਿਉਂਕਿ ਜਿਹੜੀਆਂ ਦਵਾਈਆਂ ਦਾ ਸਾਡਾ ਅਸਰ ਹੈ ਉਹ ਕੁਝ ਪੀਰੀਅਡ ਤੋਂ ਬਾਅਦ, ਕਿਉਂਕਿ ਉਹਦੀ ਜਿਹੜੀ ਪੋਟੈਂਟਾਈਜੇਸ਼ਨ ਉਹਦੀ ਕੀਤੀ ਹੁੰਦੀ ਹੈ, ਉਹਦੀ ਕੁਆਲਿਟੀ ਜਿਹੜੀ ਹੈ ਰੇਜ਼ ਕੀਤੀ ਹੁੰਦੀ ਹੈ, ਕੁਆਂਟਿਟੀ ਘਟਾਈ ਹੁੰਦੀ ਹੈ। ਉਹਨੂੰ ਇਸ ਤਰ੍ਹਾਂ ਅਸੀਂ ਹੋਮਿਓਪੈਥਿਕ ਫਾਰਮੇਸੀ 'ਚ ਉਹਨੂੰ ਬਣਾਉਣੇ ਆ, ਉਹ ਇੱਕ ਸਾਡੀ ਵਿਧੀ ਹੈ, ਉਹਦੇ ਸਾਇੰਟੀਫਿਕ ਮੈਥਡ ਹੈ, ਤਾਂ ਉਹ ਇੱਕ ਬੜਾ ਲਾਹੇਵੰਦ ਹੈ ਔਰ ਉਸ 'ਚ ਕੋਈ ਸਾਈਡ ਇਫੈਕਟ ਨਹੀਂ ਹੈ।